ਤੇ ਹੁਣ ਸਿੱਖਾਂ ਦੇ ਪੱਗ ਤੇ ਸਵਾਲ ਚੁੱਕ ਲਏ ਗਏ ਨੇ। ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਇਹਨਾਂ ਸਰਕਾਰਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਸਾਡੇ ਇਤਿਹਾਸ ਨੂੰ ਸ਼ਾਇਦ ਕਈ ਵਾਰ ਭੁੱਲ ਜਾਂਦੀਆਂ ਤਾਂ ਉਹ ਸਾਨੂੰ ਯਾਦ ਕਰਾਉਣਾ ਪੈਂਦਾ, ਜਿਵੇਂ ਕਿ ਅਸੀਂ ਕਿਸਾਨੀ ਅੰਦੋਲਨ ਵਿੱਚ ਬੀਜੇਪੀ ਨੂੰ ਯਾਦ ਦਵਾਇਆ ਹੈ। ਪਰ ਇਹ ਗੱਲ ਕੱਲੀ ਮੁਸਲਿਮ ਦੇ ਹਿਜ਼ਾਬ ਦੀ ਨਹੀਂ ਹੈ, ਇਹ ਗੱਲ ਸਾਡੇ ਦੇਸ਼ ਦੀ ਮਾਨਸਿਕਤਾ, ਸਾਡੀ ਸਰਕਾਰ ਦੀ ਮਾਨਸਿਕਤਾ ਦੀ ਜੀ, ਕਿ ਉਹਨਾਂ ਨੇ ਸਾਰੀਆਂ ਏਜੰਸੀਜ਼, ਸਾਰੀਆਂ ਪਾਵਰਸ ਆਪਣੇ ਕੰਟਰੋਲ ਵਿੱਚ ਸੈਂਟਰਲਾਈਜ਼ ਕਰ ਲਈਆਂ। ਜਿਵੇਂ ਅਸੀਂ ਸਰਦਾਰ ਹੋ ਕੇ ਬਿਨਾਂ ਦਸਤਾਰ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਮੈਨੂੰ ਲੱਗਦਾ ਸ਼ਾਇਦ ਹਿਜ਼ਾਬ ਦੇ ਬਿਨਾਂ ਵੀ ਉਹ ਕਿਤੇ ਨਹੀਂ ਜਾ ਸਕਦੇ। ਫਿਰ ਉਸਨੂੰ ਡਰੈਸ ਕੋਡ ਦੇ ਵਿੱਚ ਲੈ ਆਣਾ, ਉਸਨੂੰ ਕਹਿਣਾ ਕਿ ਨਹੀਂ ਤੁਸੀਂ ਪਾ ਕੇ ਨਹੀਂ ਆ ਸਕਦੇ, ਔਰ ਬਾਅਦ ਦੇ ਵਿੱਚ ਦੂਜੇ ਧਰਮ ਤੇ ਜੋ ਇੱਕ ਘੱਟ ਗਿਣਤੀ ਹੈ, ਉਹ ਮੈਂ ਸਿੱਖਾਂ ਦਾ ਹੀ ਪੂਰਾ ਨਾਮ ਮੈਂ ਲੈ ਲਵਾਂਗੀ ਇਸ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਹੁਣ ਦੇਸ਼ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਨ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਹੋ ਗਈ ਹੈ, ਜਾਂ ਫਿਰ ਇਹ ਦਿਖਾਉਣਾ ਚਾਹੁੰਦੇ ਨੇ ਕਿ ਇੱਥੇ ਭਾਰਤ ਦੇ ਵਿੱਚ ਹਿੰਦੂਤਵਵਾਦ ਹੈ ਜਿਹੜਾ ਉਹੀ ਭਾਰੂ ਰਹੇਗਾ? ਵਿਸ਼ਵਾਸੀ ਅਸੀਂ ਜਾਗ ਨਹੀਂ ਰਹੇ, ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਕਿਉਂ ਆ ਰਹੇ ਹਾਂ? ਮੈਨੂੰ ਇਹ ਗੱਲ ਕਿਉਂ ਨਹੀਂ ਸਮਝ ਨਹੀਂ ਆ ਰਹੀ, ਕਿਉਂਕਿ ਸਾਨੂੰ ਮਿਲ ਕੇ ਰਹਿਣਾ ਚਾਹੀਦਾ। ਅਗਰ ਅਸੀਂ ਬੱਚਿਆਂ ਦਾ ਭਵਿੱਖ ਚਾਹੁੰਦੇ ਹਾਂ ਤਾਂ ਸਾਨੂੰ ਸਰਕਾਰਾਂ ਨੂੰ ਕਹਿਣਾ ਚਾਹੀਦਾ ਕਿ ਭਾਈ ਸਾਡੇ ਨਾਲ ਗੱਲ ਡਿਵੈਲਪਮੈਂਟ ਦੀ ਕਰੋ। ਕੋਈ ਕੌਣ ਕੀ ਪਹਿਨ ਰਿਹਾ, ਕੌਣ ਕੀ ਖਾ ਰਿਹਾ, ਇਹਦੇ ਤੇ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਿਸੇ ਦੇ ਧਾਰਮਿਕ ਚਿੰਨ੍ਹ ਦੇ ਉੱਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਔਰ ਮੈਂ ਹਾਂ ਤੁਹਾਡੇ ਨਾਲ ਹਰਸਿਮਰਤ ਪੌਲ। ਸਮਾਜਿਕ ਚਿੰਤਕ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਹਰਪ੍ਰੀਤ ਜੀ, ਜਿਨ੍ਹਾਂ ਨੂੰ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਿਆਂ ਵੇਖਿਆ ਹੋਣਾ ਹੈ। ਗੱਲਬਾਤ ਕਰਦੇ ਹਾਂ ਕਿਉਂਕਿ ਮੁੱਦਾ ਹੀ ਗੰਭੀਰ ਹੈਗਾ ਹੈ। ਪਹਿਲਾਂ ਹਿਜ਼ਾਬ ਦੀ ਜਿਹੜੀ ਗੱਲ ਹੋਈ ਕਰਨਾਟਕ ਦੇ ਵਿੱਚ, ਉਹ ਹਾਲੇ ਰੁਕੀ ਨਹੀਂ ਸੀ, ਉਸ ਦੇ ਉੱਤੇ ਕੋਈ ਫੈਸਲਾ ਨਹੀਂ ਆਇਆ ਸੀ ਕਿ ਹੁਣ ਸਿੱਖਾਂ ਦੀ ਪੱਗਾਂ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਹਰਪ੍ਰੀਤ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਮਾਮਲੇ ਦੇ ਵਿੱਚ ਕਿਹੋ ਜੀ ਆਪਣੀ ਰਾਏ ਰੱਖਦੇ ਨੇ। ਹਰਪ੍ਰੀਤ ਜੀ, ਹੁਣੇ ਹਿਜ਼ਾਬ ਦਾ ਮਾਮਲਾ ਚੱਲ ਰਿਹਾ ਸੀ, ਮੁਸਲਮਾਨਾਂ ਲੜਕੀਆਂ ਨੂੰ ਹਿਜ਼ਾਬ ਪਾ ਕੇ ਕਾਲਜ ਜਾਣ ਤੋਂ ਰੋਕਿਆ ਗਿਆ ਤੇ ਹੁਣ ਸਿੱਖਾਂ ਦੇ ਪੱਗ ਤੇ ਸਵਾਲ ਚੁੱਕ ਲਏ ਗਏ ਨੇ। ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜੀ ਬੀਜੇਪੀ ਸਰਕਾਰ ਹੈ, ਆਪਾਂ ਸਾਰੇ ਜਾਣਦੇ ਹਾਂ ਪਿਛਲੇ 7.5 ਸਾਲ ਤੋਂ ਸਾਡੇ ਦੇਸ਼ ਦੇ ਵਿੱਚ ਰੂਲ ਕਰ ਰਹੀ ਹੈ। ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਬਾਅਦ ਅਸੀਂ ਸਾਰਿਆਂ ਨੇ ਦੇਖਿਆ ਕਿ ਜਿੰਨੇ ਵੀ ਮਾਈਨੋਰਿਟੀਜ਼ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਇਹ ਜਿਹੜੀ ਸਰਕਾਰ ਹੈ ਹਿੰਦੂਤਵ ਦੇ ਏਜੰਡੇ ਨੂੰ ਲੈ ਕੇ ਦੇਸ਼ ਦੇ ਵਿੱਚ ਚੱਲ ਰਹੀ ਹੈ। ਤਾਂ ਇਹ ਜਿਹੜੀਆਂ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਮੁਸਲਿਮ ਸਿੱਖ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਦੀਆਂ। ਜਿਵੇਂ ਕਿ ਕੋਈ ਮੁਸਲਿਮ ਅਗਰ ਕੋਈ ਗਾਂ ਦੁੱਧ ਪੀਣ ਲਈ ਵੀ ਲਿਜਾ ਰਿਹਾ ਤਾਂ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਕਿ ਇਹ ਉਹਨਾਂ ਨੂੰ ਵੀ ਕਿਤੇ ਮਾਰ ਦੇਣਾ ਚਾਹੁੰਦੇ। ਦੂਜੇ ਪਾਸੇ ਸਿੱਖ ਹੈ, ਸਿੱਖ ਅਗਰ ਕਿਤੇ ਬਚੇ ਹੋਏ ਹੈ ਤਾਂ ਉਹ ਸਿਰਫ ਆਪਦੀ ਤਾਕਤ ਕਰਕੇ ਬਚੇ ਹੋਏ ਹੈ। ਸਰਕਾਰਾਂ ਵੱਲੋਂ ਕੋਈ ਐਸੀ ਗੱਲ ਨਹੀਂ ਹੈ ਕਿ ਉਹ ਇਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ। ਚਾਹੇ ਉਹ ਸਾਡੇ ਦੇਸ਼ ਨੂੰ ਵੰਡਿਆ ਗਿਆ ਤਾਂ ਉਹ ਪੰਜਾਬ ਨੂੰ ਵੰਡਿਆ ਗਿਆ, ਉਸ ਤੋਂ ਬਾਅਦ ਪੰਜਾਬ ਨੂੰ ਛੋਟਾ ਕੀਤਾ ਗਿਆ। ਉਹਦੇ ਵਿੱਚ ਜਿਹੜੀਆਂ ਸਰਕਾਰਾਂ ਸੈਂਟਰ ਦੀਆਂ ਉਹਨਾਂ ਦਾ ਮਨਸੂਬਾ ਇੱਕੋ ਹੀ ਸੀ, ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਏ। ਬਟ ਇਹਨਾਂ ਸਰਕਾਰਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਸਾਡੇ ਇਤਿਹਾਸ ਨੂੰ ਸ਼ਾਇਦ ਕਈ ਵਾਰ ਭੁੱਲ ਜਾਂਦੀਆਂ ਤਾਂ ਉਹ ਸਾਨੂੰ ਯਾਦ ਕਰਾਉਣਾ ਪੈਂਦਾ, ਜਿਵੇਂ ਕਿ ਅਸੀਂ ਕਿਸਾਨੀ ਅੰਦੋਲਨ ਵਿੱਚ ਬੀਜੇਪੀ ਨੂੰ ਯਾਦ ਦਵਾਇਆ ਹੈ ਕਿ ਅਸੀਂ ਸਿੱਖ ਹੈ, ਗੁਰੂਆਂ ਦੀ ਆਈਡੀਓਲੋਜੀ ਤੇ ਚੱਲਣ ਵਾਲੇ ਲੋਕ ਹੈ। ਜਿਵੇਂ ਸਾਡੇ ਗੁਰੂਆਂ ਨੇ ਸਾਨੂੰ ਜੋ ਫਲਸਫੇ ਦਿੱਤੇ, ਸਭੇ ਮਾਨਸ ਕੀ ਜਾਤ ਇੱਕੋ ਪਹਿਚਾਨ ਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਉਸ ਆਈਡੀਓਲੋਜੀ ਤੇ ਚੱਲਣ ਵਾਲੇ ਲੋਕ ਹੈ। ਅਸੀਂ ਸਰਕਾਰਾਂ ਅੱਗੇ ਝੁਕਦੇ ਨਹੀਂ। ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਸਰਕਾਰਾਂ ਨੂੰ ਚੁਣਨ ਵੇਲੇ ਦੇਸ਼ਵਾਸੀ ਬਹੁਤ ਗਲਤੀਆਂ ਕਰਦੇ ਹਾਂ। ਠੀਕ ਹੈ, ਜੋ ਗਲਤੀਆਂ ਹੋ ਗਈਆਂ ਉਹ ਤਾਂ ਹੁਣ ਦੇਖੋ ਨੰਗੇ ਸੱਪ ਨੂੰ ਲਕੀਰ ਕੁੱਟਣ ਵਾਲੀ ਗੱਲ ਹੈ। ਬਟ ਇਹਨਾਂ ਤੋਂ ਬਚਾਅ ਕਿਵੇਂ ਹੋ ਸਕਦਾ ਹੈ? ਜਿਵੇਂ ਕਿ ਕੋਈ ਕਿਸੇ ਨੂੰ, ਹੁਣ ਦੇਖੋ ਹਿਜ਼ਾਬ ਦੀ ਗੱਲ ਹੋਈ ਕਰਨਾਟਕਾ ਦੇ ਵਿੱਚ, ਉਸ ਬੱਚੀ ਨੇ, ਚਲੋ ਜੋ ਉੱਥੇ ਗਰੁੱਪ ਖੜਾ ਸੀਗਾ ਸਟੂਡੈਂਟਸ ਦਾ, ਸ਼ਰਾਰਤੀ ਅਨਸਰਸ ਦਾ, ਉਹਨਾਂ ਨੇ ਉਹਨਾਂ ਨੂੰ ਠੋਕਵਾਂ ਜਵਾਬ ਵੀ ਦਿੱਤਾ। ਪਰ ਇਹ ਗੱਲ ਕੱਲੀ ਮੁਸਲਿਮ ਦੇ ਹਿਜ਼ਾਬ ਦੀ ਨਹੀਂ ਹੈ, ਇਹ ਗੱਲ ਸਾਡੇ ਦੇਸ਼ ਦੀ ਮਾਨਸਿਕਤਾ, ਸਾਡੀ ਸਰਕਾਰ ਦੀ ਮਾਨਸਿਕਤਾ ਦੀ ਹੈ ਕਿ ਉਹਨਾਂ ਨੇ ਸਾਰੀਆਂ ਏਜੰਸੀਜ਼, ਸਾਰੀਆਂ ਪਾਵਰਸ ਆਪਣੇ ਕੰਟਰੋਲ ਵਿੱਚ ਸੈਂਟਰਲਾਈਜ਼ ਕਰ ਲਈ। ਦੇਖੋ, ਮੀਡੀਆ ਆਪਣਾ ਸਹੀ ਰੋਲ ਨਹੀਂ ਨਿਭਾ ਰਿਹਾ। ਆਪਾਂ ਸਾਰੇ ਜਾਣਦੇ ਹਾਂ ਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਇੱਕਾ ਦੁੱਕਾ ਚੈਨਲ ਨੂੰ ਛੱਡ ਕੇ ਸਾਰੇ ਸਰਕਾਰ ਦਾ ਗੁਣਗਾਨ ਕਰਦੇ ਆ ਜੀ। ਹੁਣ ਸਵਾਲ ਇਹ ਉੱਠਦਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਨਿਰਯਾਤ ਕਿਵੇਂ ਪਾ ਸਕਦੇ ਆ? ਉਹਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਸਰਕਾਰਾਂ ਚੁਣਨ ਵੇਲੇ ਕੋਈ ਗਲਤੀ ਨਾ ਕਰੀਏ, ਅਸੀਂ ਇਕੱਠੇ ਰਹੀਏ। ਜੇ ਕਿਸੇ ਇੱਕ ਬੰਦੇ ਨਾਲ ਅਨਿਆਂ ਹੁੰਦਾ ਸੀ, ਇੱਕਮੁੱਠ ਹੋ ਕੇ ਉਸ ਬੰਦੇ ਦਾ ਸਾਥ ਦਈਏ। ਬਿਲਕੁਲ। ਪਰ ਗੱਲ ਕੀਤੀ ਜਾਏ, ਜਿਵੇਂ ਹਿਜ਼ਾਬ ਹੈ ਉਹ ਇੱਕ ਮੁਸਲਮਾਨਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਹੈ। ਜਿਵੇਂ ਅਸੀਂ ਸਰਦਾਰ ਹੋ ਕੇ ਬਿਨਾਂ ਦਸਤਾਰ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਮੈਨੂੰ ਲੱਗਦਾ ਸ਼ਾਇਦ ਹਿਜ਼ਾਬ ਦੇ ਬਿਨਾਂ ਵੀ ਉਹ ਕਿਤੇ ਨਹੀਂ ਜਾ ਸਕਦੇ। ਫਿਰ
ਉਸ ਨੂੰ ਡਰੈਸ ਕੋਡ ਦੇ ਵਿੱਚ ਲੈ ਆਣਾ, ਉਸ ਨੂੰ ਕਹਿਣਾ ਕਿ ਨਹੀਂ ਤੁਸੀਂ ਪਾ ਕੇ ਨਹੀਂ ਆ ਸਕਦੇ, ਔਰ ਬਾਅਦ ਦੇ ਵਿੱਚ ਦੂਜੇ ਧਰਮ ਤੇ ਜੋ ਇੱਕ ਘੱਟ ਗਿਣਤੀ ਹੈ, ਉਹ ਮੈਂ ਸਿੱਖਾਂ ਦਾ ਹੀ ਪੂਰਾ ਨਾਮ ਮੈਂ ਲੈ ਲਵਾਂਗੀ ਇਸ ਦੇ ਵਿੱਚ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਹੁਣ ਦੇਸ਼ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਨ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਹੋ ਗਈ ਹੈ, ਜਾਂ ਫਿਰ ਇਹ ਦਿਖਾਉਣਾ ਚਾਹੁੰਦੇ ਨੇ ਕਿ ਇੱਥੇ ਭਾਰਤ ਦੇ ਵਿੱਚ ਹਿੰਦੂਤਵਵਾਦ ਹੈ ਜਿਹੜਾ ਉਹੀ ਭਾਰੂ ਰਹੇਗਾ? ਨਹੀਂ ਦੇਖੋ ਜੀ, ਇਹਦੇ ਵਿੱਚ ਸਾਰੀਆਂ ਗੱਲਾਂ ਹੀ ਹੈ, ਉਹ ਸਾਨੂੰ ਇਹ ਟਾਈਮ ਟੂ ਟਾਈਮ ਦਰਸਾਉਂਦੇ ਹੈ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਇੱਕ ਗੁਲਾਮਾਂ ਦੀ ਸਥਿਤੀ ਹੈ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਬਹੁਤ ਸਾਰੇ ਸਿੱਖ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਤਾਂ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਜੇਲ੍ਹ ਦੇ ਵਿੱਚ, ਤੇ ਉਹੀ ਸੇਮ ਕ੍ਰਾਈਮ ਅਗਰ ਹਿੰਦੂ ਨੇ ਕੀਤਾ ਤਾਂ ਉਹਨਾਂ ਨੂੰ ਪੈਰੋਲ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੱਚੇ ਸੌਦੇ ਵਾਲੇ ਸਾਧ ਨੂੰ ਹੁਣ ਇਹਨਾਂ ਨੇ ਪੈਰੋਲ ਦਿੱਤੀ ਹੈ, ਜਦ ਕਿ ਉਹ ਕਿੰਨੇ ਬੰਦਿਆਂ ਦਾ ਕਾਤਲ ਹੈ ਜੋ ਪ੍ਰੂਵ ਹੋ ਚੁੱਕਾ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਚੁੱਕੀ ਹੈ। ਉਹ ਕਿੰਨੀਆਂ ਬੱਚੀਆਂ ਦਾ ਬਲਾਤਕਾਰ ਉਹਨਾਂ ਨੇ ਕੀਤਾ ਹੈ। ਬਟ ਇਹ ਜਿਹੜੇ ਸਾਡੀ ਦੇਸ਼ ਦੀ ਮਾਨਸਿਕਤਾ ਹੈ, ਇਹ ਸਾਨੂੰ ਸਾਰਿਆਂ ਲੋਕਾਂ ਨੂੰ ਅਗਰ ਸਮਝ ਨਾ ਆਈ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਅਸੀਂ ਇਹਨਾਂ ਦੇ ਜਿਹੜੇ ਹੈਗੇ ਦੇਸ਼ ਦੇ ਵਿੱਚ ਸਵਾਏ ਗੁਲਾਮਾਂ ਤੋਂ ਸਾਡੀ ਜ਼ਿਆਦਾ ਵਧੀਆ ਬੈਟਰ ਸਥਿਤੀ ਨਹੀਂ ਹੋ ਸਕਦੀ। ਜਿਹੜਾ ਹਿਜ਼ਾਬ ਤੇ ਪੱਗ ਦੀ ਗੱਲ ਹੈ, ਸਾਡਾ ਇੱਕ ਸੈਕੂਲਰ ਦੇਸ਼ ਹੈ। ਸੈਕੂਲਰ ਦੇਸ਼ ਦੇ ਵਿੱਚ ਸਾਨੂੰ ਆਜ਼ਾਦੀ ਹੁੰਦੀ ਹੈ ਕਿ ਅਸੀਂ ਕੋਈ ਵੀ ਪਹਿਰਾਵਾ ਪਹਿਨ ਸਕਦੇ ਹਾਂ ਤੇ ਕੋਈ ਖਾਣ ਪਾਣ ਜਿਹੜੇ ਹੈ ਅਸੀਂ ਜਿੱਦਾਂ ਦੇ ਮਰਜ਼ੀ ਖਾ ਸਕਦੇ ਹਾਂ। ਬਟ ਇਹ ਸਰਕਾਰ ਆਉਣ ਤੋਂ ਬਾਅਦ ਇਹ ਜ਼ਰੂਰ ਸਾਨੂੰ ਰਿਅਲਾਈਜ਼ ਹੋ ਰਿਹਾ ਹੈ ਕਿ ਇਹ ਸਾਡੇ ਪਹਿਰਾਵੇ ਤੇ ਸਾਡੇ ਖਾਣ ਪਾਣ ਤੇ ਸਰਕਾਰਾਂ ਜਾਂ ਸਰਕਾਰ ਦੁਆਰਾ ਜਿਹੜੇ ਆ ਕੋਈ ਸ਼ਕਤੀਆਂ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਜਿਨ੍ਹਾਂ ਨੂੰ ਸਰਕਾਰ ਨੇ ਸ਼ੈਲਟਰ ਦਿੱਤਾ ਹੋਇਆ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਸਾਡੇ ਨਾਲ ਮਤਲਬ ਸਾਡੇ ਨੂੰ ਡੋਮੀਨੇਟ ਕਹਿ ਲਓ ਜਾਂ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ, ਸਰਕਾਰ ਨੇ ਕੋਈ ਡਿਵੈਲਪਮੈਂਟ ਨਹੀਂ ਸਾਡੇ ਦੇਸ਼ ਦੀ ਕੀਤੀ। ਬੀਜੇਪੀ ਸਰਕਾਰ ਨੇ ਦੇਸ਼ ਨੂੰ ਵੇਚ ਦਿੱਤਾ। 에ਅਰਪੋਰਟਸ, ਰੇਲਵੇ ਸਟੇਸ਼ਨਸ, ਹੋਰ ਬਹੁਤ ਸਾਰੀਆਂ ਇਕਨੋਮੀ ਦਾ ਬੁਰਾ ਹਾਲ ਹੈ, ਉਹ ਸਭ ਇਹ ਚੀਜ਼ਾਂ ਨੇ ਜਿਹੜੀਆਂ ਨੇ ਵੇਚੀਆਂ ਜਾ ਰਹੀਆਂ ਨੇ ਤੇ ਇੱਕ ਕਾਰਪੋਰੇਟਸ ਨੂੰ ਦਿੱਤੀਆਂ ਜਾ ਰਹੀਆਂ ਨੇ, ਉਹ ਵੀ ਇੱਕ ਲਿਮਟਿਡ ਕਾਰਪੋਰੇਟਸ ਨੂੰ ਜੀ। ਤੇ ਇਹ ਚਾਹੁੰਦੇ ਆ ਕਿ ਇੰਡੀਆ ਦੇ ਵਿੱਚ ਕੋਈ ਡਿਵੈਲਪਮੈਂਟ ਦੀ ਗੱਲ ਨਾ ਕਰਕੇ ਅਸੀਂ ਇਹਨਾਂ ਨੂੰ ਜਾਤੀਵਾਦ ਧਰਮ ਦੇ ਵਿੱਚ ਜਿਹੜਾ ਹੈਗਾ ਉਲਝਾ ਕੇ ਰੱਖੀਏ, ਤਾਂ ਜੋ ਇਹ ਲੋਕ ਜਿਹੜੇ ਨੇ ਇਹਨਾਂ ਗੱਲਾਂ ਤੋਂ ਬਾਹਰ ਨਾ ਆਉਣ ਤੇ ਸਾਨੂੰ ਸਵਾਲ ਨਾ ਕਰਨ। ਬਿਲਕੁਲ। ਤੇ ਅਸੀਂ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਦੇਸ਼ ਵਾਸੀ ਅਸੀਂ ਜਾਗ ਨਹੀਂ ਰਹੇ, ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਕਿਉਂ ਆ ਰਹੇ ਹਾਂ। ਮੈਨੂੰ ਇਹ ਗੱਲ ਕਿਉਂ ਨਹੀਂ ਸਮਝ ਨਹੀਂ ਆ ਰਹੀ, ਕਿਉਂਕਿ ਸਾਨੂੰ ਮਿਲ ਕੇ ਰਹਿਣਾ ਚਾਹੀਦਾ। ਅਗਰ ਅਸੀਂ ਬੱਚਿਆਂ ਦਾ ਭਵਿੱਖ ਚਾਹੁੰਦੇ ਹਾਂ ਤਾਂ ਸਾਨੂੰ ਸਰਕਾਰਾਂ ਨੂੰ ਕਹਿਣਾ ਚਾਹੀਦਾ ਕਿ ਭਾਈ ਸਾਡੇ ਨਾਲ ਗੱਲ ਡਿਵੈਲਪਮੈਂਟ ਦੀ ਕਰੋ। ਕੋਈ ਕੌਣ ਕੀ ਪਹਿਨ ਰਿਹਾ, ਕੌਣ ਕੀ ਖਾ ਰਿਹਾ, ਇਹਦੇ ਤੇ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਿਸੇ ਦੇ ਧਾਰਮਿਕ ਚਿੰਨ੍ਹ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰੀਏ। ਹਰਪ੍ਰੀਤ ਜੀ, ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਦੇ ਫੈਸਲੇ ਨੇ ਸਰਕਾਰਾਂ ਦੇ ਵੱਲੋਂ ਲਏ ਜਾ ਰਹੇ ਨੇ, ਉਸ ਫੈਸਲਿਆਂ ਤੋਂ ਜਿਹੜੀ ਘੱਟ ਗਿਣਤੀ ਹੈ ਉਹ ਨਮੋਸ਼ੀ ਦੇ ਵੱਲ ਵੱਧ ਰਿਹਾ, ਔਰ ਇਸ ਦੇ ਜਿਹੜਾ ਅੰਜਾਮ ਹੈਗਾ ਉਹ ਕਾਫੀ ਭਖਵਾ ਹੋਵੇਗਾ? ਦੇਖੋ ਜੀ, ਇਹ ਤਾਂ ਪੱਕੀ ਗੱਲ ਹੈ ਕਿ ਸਿੱਖ ਜਾਂ ਤਾਂ ਹੁਕਮਰਾਨ ਹੈ ਜਾਂ ਉਹ ਬਾਗੀ ਹੈ, ਉਹ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ। ਤੇ ਸਰਕਾਰਾਂ ਨੂੰ ਇਹ ਗੱਲ ਬਿਲਕੁਲ ਸਮਝ ਲੈਣੀ ਚਾਹੀਦੀ ਹੈ। ਇਹ ਉਦੋਂ ਨਹੀਂ ਚੁੱਕੇ ਜਦੋਂ ਅਸੀਂ ਬਹੁਤ ਘੱਟ ਗਿਣਤੀ ਵਿੱਚ ਸੀਗੇ ਜਾਂ ਬਹੁਤ ਘੱਟ ਸੀ, ਜਦੋਂ ਸਾਡੇ ਕੋਲ ਇੰਨੇ ਸੋਰਸਿਸ ਨਹੀਂ ਸੀ। ਤਾਂ ਸਾਡੇ ਬਜ਼ੁਰਗ ਉਦੋਂ ਵੀ ਜੰਗਲਾਂ ਦੇ ਵਿੱਚ ਬੈਠ ਕੇ ਇਹਨਾਂ ਨਾਲ ਮੁਸਲਿਮ ਨਾਲ ਲੜੇ ਤੇ ਜੱਦੇ ਵੀ ਰਹੇ, ਕਿਉਂਕਿ ਦੇਸ਼ 700-800 ਸਾਲ ਗੁਲਾਮ ਰਿਹਾ ਤੇ ਸਿੱਖ ਸਿਰਫ 98 ਸਾਲ ਗੁਲਾਮ ਰਿਹਾ। ਇਸ ਕਰਕੇ ਸਿੱਖਾਂ ਦੇ ਵਿੱਚ ਮਾਨਸਿਕਤਾ ਦੇ ਵਿੱਚ ਹੀ ਗੁਲਾਮੀ ਨਹੀਂ ਹੈ। ਤਾਂ ਇਹ ਸਰਕਾਰਾਂ ਨੂੰ ਬਿਲਕੁਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਅਗਰ ਉਹ ਬੱਚਿਆਂ ਦਾ ਸਤਿਕਾਰ ਕਰਦੇ ਨੇ ਜਾਂ ਉਹ ਦੇਸ਼ ਨੂੰ ਡਿਵੈਲਪਮੈਂਟ ਵੱਲ ਲੈ ਕੇ ਜਾਣਾ ਚਾਹੀਦੇ ਨੇ ਤਾਂ ਇਦਾਂ ਦੇ ਮੁੱਦਿਆਂ ਨੂੰ ਉਹਨਾਂ ਨੂੰ ਇਮੀਡੀਏਟ ਹੱਲ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਕੋਈ ਸ਼ਹਿ ਦੇਣੀ ਚਾਹੀਦੀ ਹੈ। ਤੇ ਜੇ ਸਰਕਾਰਾਂ ਨਹੀਂ ਅਗਰ ਕੁਝ ਇਦਾਂ ਦਾ ਕਰਦੀਆਂ ਤੇ ਫਿਰ ਜਿਹੜੇ ਅਸੀਂ ਲੋਕ ਆ ਉਹ ਕਮਜ਼ੋਰ ਨਹੀਂ ਆ, ਅਸੀਂ ਇਹਨਾਂ ਨੂੰ ਜਵਾਬ ਦੇਵਾਂਗੇ। ਬਿਲਕੁਲ। ਤੁਸੀਂ ਜਿਹੜੇ ਮੁੱਦੇ ਹੈਗੇ ਨੇ ਬਥੇਰੇ ਸੰਵੇਦਨਸ਼ੀਲ ਮੁੱਦੇ ਨੇ, ਤੁਸੀਂ ਚੁੱਕਦੇ ਵੀ ਰਹੇ ਹੋ, ਤੁਸੀਂ ਅੱਗੇ ਵੱਧ ਕੇ ਇਹਦੇ ਖਿਲਾਫ ਆਵਾਜ਼ ਵੀ ਚੁੱਕੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ? ਦੇਖੋ, ਮੈਂ ਇਹ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਮੈਂ ਇਕੱਲੇ ਮੁੱਦੇ ਚੱਕਦਾ ਹੀ ਨਹੀਂ ਰਿਹਾ। ਮੈਂ ਸਾਰਿਆਂ ਨੂੰ ਪਤਾ ਕਿ ਮੇਰੀ ਅੰਦੋਲਨ ਦੇ ਵਿੱਚ ਗ੍ਰਿਫਤਾਰੀ ਵੀ ਹੋਈ। ਬਿਲਕੁਲ। ਮੈਂ ਹਮੇਸ਼ਾ ਮੂਹਰੇ ਹੋ ਕੇ ਲੜਿਆ। ਮੈਂ ਇਕੱਲਾ ਟੀਵੀ ਤੇ ਜਾਂ ਕੋਈ ਸੋਸ਼ਲ ਮੀਡੀਆ ਤੇ ਬਹਿ ਕੇ ਕਦੇ ਨਹੀਂ ਬੋਲਿਆ। ਮੈਂ ਹਮੇਸ਼ਾ ਗਰਾਊਂਡ ਵਿੱਚ ਉਸ ਚੀਜ਼ ਨੂੰ ਜਾ ਕੇ ਅੱਗੇ ਮੂਹਰੇ ਹੋ ਕੇ ਉਹਨਾਂ ਨੂੰ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰੀਕੇ ਵੀ ਆਵਾਜ਼ ਚੁੱਕੀ ਜਾਏ। ਦਬਲੇ ਕੁਚਲਿਆਂ ਦੀ ਅਗਰ ਆਪਾਂ ਆਵਾਜ਼ ਨਹੀਂ ਚੁੱਕਦੇ ਤਾਂ ਫਿਰ ਅਸੀਂ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ। ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ, ਜੇ ਅਗਰ ਅਸੀਂ ਨਿਆਂ ਦੇ ਖਿਲਾਫ ਅੱਜ ਨਹੀਂ ਲੜਦੇ ਤਾਂ ਫਿਰ ਆਉਣ ਵਾਲਾ ਵਕਤ ਸਾਨੂੰ ਕਦੇ ਮਾਫ ਨਹੀਂ ਕਰੇਗਾ। ਜਿਹੜਾ ਤੁਹਾਡਾ ਸਵਾਲ ਸੀ ਉਹਦਾ ਹੱਲ ਇਹ ਹੈ, ਅਗਰ ਆਪਾਂ ਚਾਹੁੰਦੇ ਹਾਂ ਕਿ ਸਰਕਾਰਾਂ ਸਾਡੇ ਨਾਲ ਧੱਕਾ ਨਾ ਕਰਨ ਤਾਂ ਸਾਨੂੰ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਅਸੀਂ ਅਗਰ ਇਕਜੁੱਟ ਨਹੀਂ ਹੁੰਦੇ, ਅਸੀਂ ਇਕੱਠੇ ਹੋ ਕੇ ਅਗਲੇ ਦੂਜੇ ਦਾ ਦਰਦ ਨੂੰ ਦਰਦ ਨਹੀਂ ਸਮਝਾਂਗੇ ਤਾਂ ਫਿਰ ਵਾਰੀ ਸਾਡੀ ਵੀ ਆਏਗੀ, ਬਚੇਗਾ ਕੋਈ ਵੀ ਨਹੀਂ। ਕਿਉਂਕਿ ਜਿਹੜੇ ਹੁਕਮਰਾਨ ਨੇ ਇਹ ਸਿਰਫ ਇਦਾਂ ਦੀ ਫੁੱਟ ਪਾ ਕੇ ਰਾਜ ਕਰਨਾ ਚਾਹੁੰਦੇ ਹੁੰਦੇ। ਇਹ ਸਾਨੂੰ ਸਮਝਣਾ ਪਏਗਾ। ਅਗਰ ਇਹ ਅਸੀਂ ਗੱਲ ਸਮਝਣ ਵਿੱਚ ਨਾ ਕਾਮਯਾਬ ਰਹਿੰਦੇ ਹਾਂ, ਦੇਖੋ ਹਰੇਕ ਬੰਦੇ ਦੀ ਆਪਣੀਆਂ ਪ੍ਰੋਬਲਮਸ ਨੇ। ਹਰੇਕ ਬੰਦਾ ਅੱਜ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇੰਨਾ ਦੁੱਖ ਤਕਲੀਫ ਵਿੱਚ ਹੈ ਕਿ ਉਹਦੇ ਕੋਲ ਟਾਈਮ ਨਹੀਂ ਹੈ ਜਾਂ ਉਹ ਇੰਨਾ ਨਹੀਂ ਸੋਚ ਸਕਦਾ ਹਰੇਕ ਬੰਦਾ। ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਪਰ ਅਗਰ ਅਸੀਂ ਆਜ਼ਾਦ ਰਹਿਣਾ ਚਾਹੁੰਦੇ ਹਾਂ, ਅਗਰ ਅਸੀਂ
ਚਾਹੁੰਦੇ ਆ ਕਿ ਹਰੇਕ ਬੰਦੇ ਨੂੰ ਇਨਸਾਫ ਮਿਲੇ, ਹਰੇਕ ਨੂੰ ਨਿਆਂ ਮਿਲੇ, ਹਰੇਕ ਬੰਦੇ ਨੂੰ ਇਲਾਜ ਮਿਲੇ, ਤਾਂ ਉਹਦੇ ਲਈ ਸਾਨੂੰ ਸਰਕਾਰਾਂ ਦੇ ਪ੍ਰੈਸ਼ਰ ਬਣਾ ਕੇ ਰੱਖਣਾ ਪਏਗਾ। ਸਹੀ ਸਰਕਾਰਾਂ ਚੁਣਨੀਆਂ ਪੈਣਗੀਆਂ। ਅਗਰ ਅਸੀਂ ਗਲਤ ਬੰਦੇ ਚੂਜ਼ ਕਰਾਂਗੇ ਤਾਂ ਸਾਡੇ ਹਾਲਾਤ ਇਹੀ ਹੋਣਗੇ ਜੋ ਅੱਜ ਸਾਡੇ ਨਾਲ ਹੋ ਰਹੇ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਤਾਂ ਤੁਸੀਂ ਸੁਣਿਆ ਹਰਪ੍ਰੀਤ ਜੀ ਨੇ ਬਹੁਤ ਸਿੱਧੇ ਤਰੀਕੇ ਦੇ ਨਾਲ, ਬਹੁਤ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਦੱਸੀ ਹੈ ਕਿ ਜਦੋਂ ਤੱਕ ਅਸੀਂ ਮੁੱਠੀ ਬਣ ਕੇ ਰਵਾਂਗੇ ਉਹਨਾਂ ਚਿਰ ਅਸੀਂ ਬਿਲਕੁਲ ਜਿਹੜੇ ਦੇਸ਼ ਦੇ ਵਿੱਚ ਇੰਨੀਆਂ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਤੋਂ ਬਾਹਰ ਨਿਕਲ ਸਕਦੇ ਹਾਂ। ਤੇ ਨਾਲ ਹੀ ਨਾਲ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ, ਕਿਉਂਕਿ ਅਜਿਹੇ ਜਿਹੜੇ ਸਾਡੇ ਉੱਤੇ ਪ੍ਰਪੰਚ ਰਚੇ ਜਾ ਰਹੇ ਨੇ ਇਹ ਤਾਂ ਸਭ ਚੱਲਦੇ ਰਹਿਣਾ, ਪਰ ਇਕਜੁੱਟ ਹੋ ਕੇ ਹੀ ਅਸੀਂ ਇਹਨਾਂ ਤੋਂ ਪਾਰ ਪਾ ਸਕਦੇ ਹਾਂ।